ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਇੰਸ ਪੈਡਾਗੋਜੀ ਦੇ ਬਾਰੇ ਗੱਲ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਜਿਵੇਂ ਕਿ ਆਪਾਂ ਲਾਸਟ ਲੈਕਚਰਸ ਵੀ ਕੀਤਾ ਹੈ। ਠੀਕ ਹੈ। ਇਹ ਪੇਪਰ 1 ਐਂਡ ਪੇਪਰ 2 ਦੋਨਾਂ ਲਈ ਹੈ। ਜ਼ਿਆਦਾ ਇਹ ਪੇਪਰ 1 ਲਈ ਹੈ। ਠੀਕ ਹੈ, ਕਿਉਂਕਿ ਇਨਵਾਇਰਮੈਂਟ ਦੇ ਵਿੱਚ ਜਿਹੜੀ ਪੈਡਾਗੋਜੀ ਆਉਂਦੀ ਹੈ ਅਤੇ ਇਹਦੇ ਵਿੱਚ ਟੌਪਿਕਸ ਕਈ ਇੱਦਾਂ ਦੇ ਨੇ ਕਿ ਜਿਹੜੀ ਪੈਡਾਗੋਜੀ ਹੁੰਦੀ ਹੈ ਉਹ ਜ਼ਿਆਦਾਤਰ ਸੇਮ ਹੀ ਹੁੰਦੀ ਹੈ ਨਾ। ਸੋ ਇਹ ਪੇਪਰ 2 ਲਈ ਵੀ ਉਨੀ ਹੀ ਬੈਨੀਫੀਸ਼ੀਅਲ ਹੈ। ਠੀਕ ਹੈ ਜੀ। ਜਿਹਦੇ ਵਿੱਚ ਆਪਾਂ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਟੀਚਿੰਗ ਏਡਸ ਦੀ ਗੱਲ ਕਰਾਂਗੇ। ਠੀਕ ਹੈ, ਜਿਵੇਂ ਆਪਾਂ ਪਹਿਲਾਂ ਟੀਚਿੰਗ ਆਫ ਮੈਥਡਸ ਆਪਾਂ ਦੇਖੇ ਸੀਗੇ, ਉਹ ਵੀ ਦੋਨੋਂ ਐਗਜ਼ਾਮਸ ਦੇ ਵਿੱਚ ਤਕਰੀਬਨ ਕਈ ਵਾਰ ਕੁਐਸਚਨਸ ਪੁੱਛੇ ਜਾਂਦੇ ਆ। ਸੋ ਇਸ ਜਿਹੜਾ ਟੌਪਿਕ ਹੈ ਅੱਜ ਦਾ ਟੀਚਿੰਗ ਏਡਸ, ਇਹਦੇ ਵਿੱਚ ਵੀ ਉੱਦਾਂ ਹੀ ਹੈ। ਠੀਕ ਹੈ ਜੀ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਜੋ ਵੀ ਇਸ ਚੈਨਲ 'ਤੇ ਅੱਜ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਇਹਦੇ ਵਿੱਚ ਆਪਾਂ ਬਹੁਤ ਆਸਾਨ ਤਰੀਕੇ ਦੇ ਨਾਲ ਕਰਾਂਗੇ ਕਿ ਤੁਹਾਨੂੰ ਮਤਲਬ ਇਹ ਦੁਬਾਰਾ ਵੀਡੀਓ ਦੇਖਣ ਦੀ ਲੋੜ ਨਾ ਪਵੇ। ਠੀਕ ਹੈ, ਮਤਲਬ ਤੁਹਾਨੂੰ ਕਲੀਅਰ ਹੋ ਜਾਵੇ ਸਾਰਾ ਨਾ ਕਿ ਕੀ ਟੀਚਿੰਗ ਏਡਸ ਹੁੰਦੀਆਂ। ਸੋ ਦੇਖੋ, ਪਹਿਲਾਂ ਆਪਾਂ ਇਹ ਦੇਖਾਂਗੇ ਕਿ ਵਟ ਆਰ ਟੀਚਿੰਗ ਏਡਸ। ਟੀਚਿੰਗ ਏਡਸ ਹੁੰਦੀਆਂ ਕੀ ਹੈ। ਠੀਕ ਹੈ ਜੀ। ਕਹਿੰਦੇ ਆ ਜੀ ਦ ਚੀਫ ਓਬਜੈਕਟਿਵ ਆਫ ਐਜੂਕੇਸ਼ਨ ਇਜ਼ ਟੂ ਮੇਕ ਲਰਨਰਸ ਲਰਨ। ਜਿਹੜਾ ਮਤਲਬ ਆਪਣੀ ਐਜੂਕੇਸ਼ਨ ਦਾ ਜਿਹੜਾ ਸਭ ਤੋਂ ਵੱਡਾ ਮੇਨ ਉਦੇਸ਼ ਹੈ ਉਹ ਕੀ ਹੈ ਕਿ ਬੱਚਿਆਂ ਨੂੰ ਸਿਖਾਇਆ ਜਾਵੇ। ਠੀਕ ਹੈ। ਇਨ ਦਾ ਪ੍ਰੋਸੈਸ ਆਫ ਲਰਨਿੰਗ ਅ ਟੀਚਰ ਫੋਲੋਜ਼ ਡਿਫਰੈਂਟ ਪ੍ਰਿੰਸੀਪਲਸ ਆਫ ਟੀਚਿੰਗ, ਜੋ ਆਪਾਂ ਪਿੱਛੇ ਪੜ੍ਹੇ ਆ। ਡਿਫਰੈਂਟ ਅਪਰੋਚਿਸ ਐਂਡ ਮੈਥਡ ਆਫ ਟੀਚਿੰਗ ਕਰਨ ਲੱਗੇ ਜਿਹੜਾ ਟੀਚਰ ਆ ਉਹ ਕਈ ਮੈਥਡ ਯੂਜ਼ ਕਰਦਾ, ਕਈ ਟੈਕਨੀਕਸ ਯੂਜ਼ ਕਰਦਾ, ਸਟ੍ਰੈਟਜੀਜ਼ ਯੂਜ਼ ਕਰਦਾ। ਠੀਕ ਹੈ ਜੀ। ਇਨ ਦਾ ਪ੍ਰੋਸੈਸ ਆਫ ਲਰਨਿੰਗ ਟੀਚਿੰਗ ਏਡਸ ਪਲੇ ਐਨ ਇੰਪੋਰਟੈਂਟ ਰੋਲ। ਇੱਥੇ ਜਦੋਂ ਪੜ੍ਹਾਉਂਦੇ ਹਾਂ ਆਪਾਂ ਤਾਂ ਜਿਹੜਾ ਟੀਚਿੰਗ ਏਡਸ ਆ ਹੈ ਨਾ, ਇਹ ਇੰਪੋਰਟੈਂਟ ਰੋਲ ਜਿਹੜੇ ਆ ਉਹ ਪਲੇ ਕਰਦੇ ਆ। ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਦੇਖਾਂਗੇ ਇਹਦੇ ਨਾਲ ਹੁੰਦਾ ਕੀ ਆ। ਇਹ ਕੀ ਕਰਦੇ ਕਿ ਲਰਨਿੰਗ ਨੂੰ ਆਸਾਨ ਕਰ ਦਿੰਦੇ ਅਤੇ ਪਰਮਾਨੈਂਟ ਕਰਦੇ ਤਾਂ ਕਿ ਬੱਚੇ ਭੁੱਲਣ ਨਾ। ਇਹਦਾ ਮਕਸਦ ਮੇਨ ਇਹੀ ਹੁੰਦਾ। ਸੋ ਆਪਾਂ ਹੁਣ ਇਹਦੇ ਵਿੱਚ ਦੇਖਾਂਗੇ। ਪਹਿਲਾਂ ਆਪਾਂ ਦੇਖ ਲੈਂਦੇ ਕਿ ਇੰਪੋਰਟੈਂਸ ਕੀ ਆ। ਦੇ ਮੇਕ ਲਰਨਿੰਗ ਅਫੈਕਟਿਵ। ਇਹ ਲਰਨਿੰਗ ਨੂੰ ਹੋਰ ਇਫੈਕਟਿਵ ਬਣਾਉਂਦੇ ਆ। ਦੇ ਇਰੈਡੀਕੇਟ ਮੋਨੋਟੋਨੀ ਆਫ ਦਾ ਕਲਾਸ। ਠੀਕ ਹੈ। ਮੋਨੋਟੋਨੀ ਹੁੰਦਾ ਕਿ ਮਤਲਬ ਇੱਕ ਸੁਰਤਾ ਹੈ ਨਾ, ਇਹ ਉਸ ਨੂੰ ਮਤਲਬ ਕਰਦੇ ਆ ਤਾਂ ਕਿ ਸਾਰੇ ਬੱਚਿਆਂ ਦੇ ਮਤਲਬ ਕਿਸੇ ਇੱਕ ਬੱਚੇ ਲਈ ਨਹੀਂ ਹੁੰਦਾ। ਠੀਕ ਹੈ। ਇਹ ਉਹ ਮੋਨੋਟੋਨੀ ਨੂੰ ਜਿਹੜੇ ਕੀ ਕਰਦੇ ਉਹਨੂੰ ਰਿਮੂਵ ਕਰਦੇ। ਇਰੈਡੀਕੇਟ ਮਤਲਬ ਹੁੰਦਾ ਰਿਮੂਵ ਕਰਨਾ ਜਾਂ ਕੱਟ ਕਰਨਾ। ਠੀਕ ਹੈ, ਮਿਟਾਉਣਾ। ਸੋ ਇਹ ਕੀ ਕਰਦਾ ਕਿ ਇੱਦਾਂ ਨਹੀਂ ਕਿ ਕਲਾਸ ਦੇ ਵਿੱਚ 50 ਬੱਚੇ ਬੈਠੇ ਆ ਅਤੇ ਅਸੀਂ ਕਿਸੇ ਇੱਕ ਲਈ ਜਿਹੜਾ ਉਹ ਟੀਚਿੰਗ ਏਡ ਯੂਜ਼ ਕਰਨੀ ਹੈ, ਉਹ ਸਾਰਿਆਂ ਲਈ ਯੂਜ਼ ਹੋਣੀ ਹੈ। ਠੀਕ ਹੈ। ਦੇ ਮੇਕ ਦਾ ਅੰਡਰਸਟੈਂਡਿੰਗ ਆਫ ਕੰਪਲੈਕਸ ਐਂਡ ਡਿਫੀਕਲਟ ਸਬਜੈਕਟ ਮਟੀਰੀਅਲ ਈਜ਼ੀ। ਇਹਦੇ ਨਾਲ ਅਸੀਂ ਕੰਪਲੈਕਸ ਤੋਂ ਕੰਪਲੈਕਸ ਚੀਜ਼ਾਂ ਨੂੰ ਬੜਾ ਈਜ਼ੀਲੀ ਜਿਹੜਾ ਸਮਝਾ ਸਕਦੇ ਹਾਂ। ਠੀਕ ਹੈ। ਦੇ ਹੈਲਪ ਦਾ ਲਰਨਰਸ ਟੂ ਗੇਨ ਐਕਸਪੀਰੀਅੰਸ। ਠੀਕ ਹੈ। ਐਕਸਪੀਰੀਅੰਸ ਨਾਲ ਇਹਦੇ ਨਾਲ ਜਿਹੜਾ ਗੇਨ ਕਰਦੇ ਆ। ਠੀਕ ਹੈ, ਹੈਲਪ ਕਰਦੇ ਆ। ਦੇ ਮੇਕ ਦਾ ਲਰਨਰਸ ਐਕਟਿਵਲੀ ਐਨਗੇਜਡ ਇਨ ਲਰਨਿੰਗ। ਇਹਦੇ ਵਿੱਚ ਬੱਚੇ ਜਿਹੜੇ ਆ ਐਕਟਿਵਲੀ ਪ੍ਰੈਜੈਂਟ ਹੁੰਦੇ ਆ। ਠੀਕ ਹੈ। ਦੇ ਹੈਲਪ ਇਨ ਡਿਵੈਲਪਿੰਗ ਸਾਇੰਟੀਫਿਕ ਐਟੀਟਿਊਡ। ਇਹਦੇ ਨਾਲ ਬੱਚੇ ਦੇ ਅੰਦਰ ਸਾਇੰਟੀਫਿਕ ਐਟੀਟਿਊਡ ਜਿਹੜਾ ਆ ਪੈਦਾ ਹੁੰਦਾ। ਠੀਕ ਹੈ, ਡਿਵੈਲਪ ਹੁੰਦਾ। ਦੇ ਹੈਲਪ ਇਨ ਡਿਵੈਲਪਿੰਗ ਸੈਲਫ ਲਰਨਿੰਗ ਐਂਡ ਸੈਲਫ ਡਿਪੈਂਡੈਂਸੀ ਅਮੰਗ ਦਾ ਲਰਨਰਸ। ਦੇ ਹੈਲਪ ਇਨ ਡਿਵੈਲਪਿੰਗ ਕਿਊਰੀਓਸਿਟੀ ਅਮੰਗ ਦਾ ਲਰਨਰਸ। ਠੀਕ ਹੈ। ਸੋ ਹੁਣ ਦੇਖਾਂਗੇ ਕਿ ਟੀਚਿੰਗ ਏਡਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ। ਦੇਖੋ, ਟੀਚਿੰਗ ਏਡਸ ਮੇਨ 4 ਤਰ੍ਹਾਂ ਦੀਆਂ: ਵਿਜ਼ੂਅਲ ਏਡਸ, ਆਡੀਓ ਵਿਜ਼ੂਅਲ ਏਡਸ ਐਂਡ ਐਕਟੀਵਿਟੀ ਏਡਸ। ਹੁਣ ਆਪਾਂ ਇਹਨਾਂ ਨੂੰ ਅਲੱਗ-ਅਲੱਗ ਦੇਖਦੇ। ਦੇਖੋ, ਵਿਜ਼ੂਅਲ ਜਿਹੜੀ ਪਹਿਲੀ ਆਉਂਦੀ ਹੈ ਸਭ ਤੋਂ, ਉਹ ਆਉਂਦੀ ਹੈ ਵਿਜ਼ੂਅਲ ਮਤਲਬ ਕੀ ਹੁੰਦਾ ਕਿ ਜਿਹਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ ਹੋਵੇ। ਮਤਲਬ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੇ ਮਟੀਰੀਅਲਸ। ਏਡਸ ਨੂੰ ਤੁਸੀਂ ਨਾ ਮਟੀਰੀਅਲਸ ਕਹਿ ਸਕਦੇ ਹਾਂ। ਕੀ ਕਹਿ ਸਕਦੇ ਹਾਂ ਜੀ? ਮਟੀਰੀਅਲਸ ਕਹਿ ਸਕਦੇ ਹਾਂ। ਠੀਕ ਹੈ। ਸੋ ਕਹਿੰਦੇ ਇੱਦਾਂ ਦੇ ਮਟੀਰੀਅਲਸ ਮਤਲਬ ਜਿਹੜੇ ਅੱਖਾਂ ਦੇ ਨਾਲ ਦੇਖੇ ਜਾਣ। ਠੀਕ ਹੈ, ਜਿਹਦੇ ਨਾਲ ਸਾਨੂੰ ਇਨਫੋਰਮੇਸ਼ਨ ਅਸੀਂ ਕੀ ਅੱਖਾਂ ਦੇ ਜ਼ਰੀਏ ਜਿਹੜੇ ਉਹਨੂੰ ਪਰਸੀਵ ਕਰੀਏ। ਕਹਿੰਦੇ ਕਿ ਦੀਜ਼ ਟਾਈਪ ਆਫ ਏਡਸ ਹੈਲਪ ਇਨ ਪਰਸੀਵਿੰਗ ਰੀਅਲ ਕਰੈਕਟਰਿਸਟਿਕਸ ਆਫ ਥਿੰਗ ਥਰੂ ਸੀਇੰਗ। ਮਤਲਬ ਅਸੀਂ ਨੌਲੇਜ ਨੂੰ ਪਰਸੀਵ ਕਰੀਏ। ਠੀਕ ਹੈ, ਉਹਦੇ ਰੀਅਲ ਕਰੈਕਟਰਿਸਟਿਕਸ ਜਿਹੜੇ ਉਹਨਾਂ ਨੂੰ ਆਪਾਂ ਰਿਸੀਵ ਕਰੀਏ ਥਰੂ ਸੀਇੰਗ, ਮਤਲਬ ਦੇਖਣ ਦੇ ਨਾਲ। ਠੀਕ ਹੈ। ਹੁਣ ਦੇਖੋ ਇਹਦੇ ਨਾਲ ਕੀ ਆ, ਉਹ ਇਨਫੋਰਮੇਸ਼ਨ ਜਿਹੜੀ ਅਸੀਂ ਕਿੱਦਾਂ ਰਿਸੀਵ ਕਰਾਂਗੇ। ਹੁਣ ਉਹਦੇ ਵਿੱਚ ਇਹਨਾਂ ਨੇ ਦੱਸਿਆ ਆ ਕਿ ਇਹਦੇ ਵਿੱਚ ਕਿਹੜੇ ਤਰ੍ਹਾਂ ਦੇ ਮਟੀਰੀਅਲ ਹੁੰਦੇ ਆ। ਦੇਖੋ, ਪਹਿਲਾ ਮਟੀਰੀਅਲ ਇਹਦੇ ਵਿੱਚ ਕੀ ਆ? ਬੋਰਡ। ਠੀਕ ਹੈ, ਬੋਰਡ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਠੀਕ ਹੈ, ਬਲੈਕ ਬੋਰਡ। ਠੀਕ ਹੈ, ਜਾਂ ਆਪਾਂ ਕੋਈ ਵੀ ਆਪਾਂ ਬੋਰਡ ਇਹਦੇ ਵਿੱਚ ਕਹਿ ਸਕਦੇ ਹਾਂ, ਗ੍ਰੀਨ ਬੋਰਡ ਵੀ ਕਹਿ ਸਕਦੇ ਹਾਂ। ਠੀਕ ਹੈ ਜੀ।
ਉਹ ਦੇਖੋ ਇਹਦੇ ਨਾਲ ਗ੍ਰੀਨ ਬੋਰਡ ਦਾ ਜਿਹੜਾ ਆ ਕਿਵੇਂ ਅਸੀਂ ਉਹ ਤੋਂ ਇਨਫੋਰਮੇਸ਼ਨ ਲੈਂਦੇ ਹਾਂ। ਦੇਖੋ ਕਹਿੰਦਾ ਹੈ ਕਿ ਅ ਲਰਨਰ ਕਲੋਜ਼ਲੀ ਓਬਜ਼ਰਵ ਦਾ ਥਿੰਗਸ ਰਿਟਨ ਔਨ ਦਾ ਬੋਰਡ। ਬੋਰਡ 'ਤੇ ਜਦੋਂ ਅਸੀਂ ਚੀਜ਼ ਕੋਈ ਲਿਖਦੇ ਹਾਂ ਤਾਂ ਉਹ ਕਲੀਅਰਲੀ ਜਿਹੜੇ ਬੱਚਿਆਂ ਨੂੰ ਬੱਚੇ ਉਹਨੂੰ ਓਬਜ਼ਰਵ ਕਰ ਸਕਦੇ ਆ, ਬੱਚੇ ਆਸਾਨੀ ਦੇ ਨਾਲ ਉਹ ਚੀਜ਼ਾਂ ਨੂੰ ਪੜ੍ਹ ਸਕਦੇ ਆ। ਠੀਕ ਹੈ, ਜੋ ਆਪਾਂ ਬਲੈਕ ਬੋਰਡ 'ਤੇ ਲਿਖਾਂਗੇ, ਕਿਉਂਕਿ ਬਲੈਕ ਬੋਰਡ ਹੁੰਦਾ, ਬਲੈਕ ਪੂਰਾ ਬੋਰਡ ਹੁੰਦਾ, ਉਹਦੇ ਆਪਾਂ ਵਾਈਟ ਚੌਕ ਜਾਂ ਹੋਰ ਕਿਸੇ ਚੌਕ ਨਾਲ ਜਦੋਂ ਲਿਖਦੇ ਹਾਂ ਤਾਂ ਕਲੀਅਰਲੀ ਵਿਜ਼ੀਬਲ ਹੁੰਦਾ ਹੈ ਨਾ, ਤਾਂ ਬੱਚੇ ਆਸਾਨੀ ਦੇ ਨਾਲ ਉਹ ਦੇਖ ਸਕਦੇ ਆ। ਇਟ ਮੇਕਸ ਸਬਜੈਕਟ ਮੈਟਰ ਅਪੈਰੈਂਟ। ਠੀਕ ਹੈ, ਸੋ ਇਸ ਤੋਂ ਬਾਅਦ ਆ ਜਾਂਦਾ ਅਗਲਾ ਜੀ ਪਿਕਚਰ। ਪਿਕਚਰ ਦੇਖੋ, ਪਿਕਚਰ ਜਦੋਂ ਅਸੀਂ ਬੱਚਿਆਂ ਨੂੰ ਫਲੈਸ਼ ਕਾਰਡਸ ਜਾਂ ਪਿਕਚਰਸ ਦਿਖਾਉਂਦੇ ਉਹਦੇ ਨਾਲ ਕੀ ਹੁੰਦਾ, ਪਿਕਚਰਸ ਸ਼ੋ ਰੀਅਲ ਸ਼ੇਪ ਐਂਡ ਸਾਈਜ਼ ਆਫ ਅ ਥਿੰਗ। ਠੀਕ ਹੈ, ਜਿਹੜੀਆਂ ਪਿਕਚਰਸ ਆ ਉਹ ਰੀਅਲ ਸ਼ੇਪ, ਅਸੀਂ ਮੰਨ ਲਓ ਅਸੀਂ ਅਗਰ ਕਿਸੇ ਬੱਚੇ ਨੂੰ ਟਾਈਗਰ ਦੇ ਬਾਰੇ ਦਿਖਾਉਣਾ ਹੈ ਨਾ, ਛੋਟੇ ਬੱਚੇ ਨੂੰ ਟਾਈਗਰ ਬਾਰੇ ਦੱਸਣਾ ਹੈ, ਤਾਂ ਅਸੀਂ ਅਗਰ ਉਸਦੀ ਇੱਕ ਪਿਕਚਰ ਲੈ ਕੇ ਜਾਵਾਂਗੇ, ਫਲੈਸ਼ ਕਾਰਡ ਲੈ ਕੇ ਜਾਵਾਂਗੇ, ਤਾਂ ਉਹ ਬੱਚੇ ਈਜ਼ੀਲੀ ਉਹਦੀ ਸ਼ੇਪ, ਉਹਦੇ ਰੰਗ ਹੈ ਨਾ, ਉਹਦੇ ਕਲਰ ਆਸਾਨੀ ਦੇ ਨਾਲ ਬੱਚੇ ਜਿਹੜੇ ਆ ਉਹ ਪਹਿਚਾਣ ਜਾਣਗੇ। ਠੀਕ ਹੈ, ਅਗਲੀ ਵਾਰ ਮਤਲਬ ਅਗਰ ਕਦੀ ਰੀਅਲ 'ਚ ਦੇਖਣਗੇ ਤਾਂ ਬੱਚੇ ਉਹ ਕਹਿ ਸਕਣਗੇ ਹਾਂ ਅਸੀਂ ਇਸ ਨੂੰ ਪਹਿਲਾਂ ਇੱਕ ਪਿਕਚਰਸ ਦੇਖਿਆ ਹੈ। ਠੀਕ ਹੈ, ਇਹ ਸ਼ੇਰ ਹੈ ਜਾਂ ਠੀਕ ਹੈ ਇਹ ਲਾਇਨ ਹੈ ਜਾਂ ਇਹ ਟਾਈਗਰ ਹੈ। ਠੀਕ ਹੈ, ਦੇ ਹੈਲਪ ਇਨ ਮੇਕਿੰਗ ਲਰਨਿੰਗ ਪਰਮਾਨੈਂਟ। ਦੇਖੋ ਜਦੋਂ ਬੱਚੇ ਨੂੰ ਅਸੀਂ ਇੱਦਾਂ ਕੋਈ ਪਿਕਚਰ ਦਿਖਾ ਕੇ ਆਪਾਂ ਕਹਿੰਦੇ ਹਾਂ ਨਾ ਕਿ ਇਹ ਸ਼ੇਰ ਹੈ, ਇਹ ਊਂਠ ਹੈ ਜਾਂ ਇਹ ਐਲੀਫੈਂਟ ਹੈ, ਤਾਂ ਉਹ ਬੱਚਿਆਂ ਦੇ ਪਰਮਾਨੈਂਟਲੀ ਉਹ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ। ਠੀਕ ਹੈ, ਸਟੋਰ ਹੋ ਜਾਂਦੀ ਹੈ। ਠੀਕ ਹੈ, ਇਸ ਲਈ ਇਹਦਾ ਕੰਮ ਕੀ ਆ ਕਿ ਜੋ ਬੱਚੇ ਨੂੰ ਅਸੀਂ ਪੜ੍ਹਾਉਣਾ ਚਾਹੁੰਦੇ ਹਾਂ, ਸਮਝਾਉਣਾ ਚਾਹੁੰਦੇ ਹਾਂ, ਉਹ ਪਰਮਾਨੈਂਟ ਜਿਹੜਾ ਉਹ ਹੋ ਜੇ। ਠੀਕ ਹੈ, ਉਸ ਤੋਂ ਅੱਗੇ ਆ ਜਾਂਦਾ ਦੇਖੋ ਇਹਦਾ ਇੱਕ ਹੋਰ ਪੁਆਇੰਟ ਆ ਕਿ ਡਿਵੈਲਪਿੰਗ ਇਮੈਜੀਨੇਸ਼ਨ। ਇਹਦੇ ਨਾਲ ਇਮੈਜੀਨੇਸ਼ਨ ਅਸੀਂ ਬੱਚਿਆਂ ਦੀ ਡਿਵੈਲਪ ਕਰ ਸਕਦੇ ਹਾਂ। ਉਸ ਤੋਂ ਅਗਲਾ ਆਉਂਦਾ ਹੈ ਜੀ ਚਾਰਟਸ ਐਂਡ ਗ੍ਰਾਫ। ਦੇ ਸ਼ੋ ਕੰਪੈਰੇਟਿਵ ਸਟੱਡੀਜ਼। ਦੇਖੋ ਕੰਪੈਰੇਟਿਵ ਸਟੱਡੀ ਕੀ ਹੁੰਦੀ ਆ ਕਿ ਜਿਹਦੇ ਵਿੱਚ ਅਸੀਂ ਤੁਲਨਾ ਕਰਦੇ ਹਾਂ, ਇਹਨੂੰ ਤੁਲਨਾਤਮਕ ਜਿਹੜੀ ਹੈ ਸਟੱਡੀ ਵੀ ਆਪਾਂ ਇਹਨੂੰ ਕਹਿ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਕੁਛ ਚੀਜ਼ਾਂ ਦੀ ਤੁਲਨਾ ਕਰਦੇ ਹਾਂ। ਗ੍ਰਾਫ ਦੀ ਅਸੀਂ ਜਿਹੜੇ ਉਹਦੇ ਵਿੱਚ ਡਾਟਾ ਹੁੰਦਾ ਜਿਵੇਂ ਤੁਸੀਂ ਦੇਖਿਆ ਹੋਵੇਗਾ, ਆਪਾਂ ਉਹਦੀ ਇੱਕ ਦੂਜੇ ਦੇ ਨਾਲ ਤੁਲਨਾ ਕਰਦੇ ਹਾਂ ਕਿ ਪਿਛਲੇ ਸਾਲ 'ਚ ਕਿੰਨਾ ਵਧਿਆ, ਅਗਲੇ ਸਾਲ 'ਚ ਕਿੰਨਾ ਵਧਿਆ। ਠੀਕ ਹੈ, ਮੈਨੀ ਰੂਲਸ ਕੈਨ ਬੀ ਕਲੀਅਰਲੀ ਐਕਸਪਲੇਨ। ਠੀਕ ਹੈ, ਫੈਕਟਸ ਕੈਨ ਬੀ ਈਜ਼ਲੀ ਐਂਡ ਕੁਇਕਲੀ ਮੈਮੋਰਾਈਜ਼ਡ। ਗ੍ਰਾਫ ਦੇ ਨਾਲ, ਚਾਰਟਸ ਦੇ ਨਾਲ ਜਿਹੜਾ ਆ ਕੁਇਕਲੀ ਜਿਹੜਾ ਆ ਅਤੇ ਈਜ਼ੀਲੀ ਸਾਡੇ ਦਿਮਾਗ ਦੇ ਵਿੱਚ, ਮੈਮਰੀ ਦੇ ਵਿੱਚ ਉਹ ਪੂਰੀ ਤਰ੍ਹਾਂ ਫਿੱਟ ਹੋ ਜਾਂਦੇ। ਠੀਕ ਹੈ ਜੀ, ਜਿਵੇਂ ਅਗਲਾ ਆ ਹੁਣ ਮੈਗਜ਼ੀਨਸ ਐਂਡ ਨਿਊਜ਼ਪੇਪਰ। ਠੀਕ ਹੈ, ਦੇ ਹੈਲਪ ਇਨ ਅੰਡਰਸਟੈਂਡਿੰਗ ਡਿਫਰੈਂਟ ਇਸ਼ੂਜ਼। ਹੁਣ ਆਪਾਂ ਘਰ ਦੇ ਵਿੱਚ ਸਾਡੇ ਨਿਊਜ਼ਪੇਪਰ ਰੋਜ਼ ਆਉਂਦੀ ਹੈ। ਠੀਕ ਹੈ, ਮੈਗਜ਼ੀਨਸ ਹੁੰਦੀਆਂ ਨੇ, ਉਹਦੇ ਨਾਲ ਕੀ ਹੁੰਦਾ ਕਿ ਸਾਨੂੰ ਨਵੇਂ ਜਿਹੜੇ ਇਸ਼ੂਜ਼ ਨੇ ਹੈ ਨਾ, ਸਾਡੇ ਕੀ ਆਲੇ ਦੁਆਲੇ ਚੱਲ ਰਹੇ ਉਹਨਾਂ ਬਾਰੇ ਸਾਨੂੰ ਪਤਾ ਲੱਗਦਾ ਹੈ। ਠੀਕ ਹੈ, ਦੇ ਹੈਲਪ ਇਨ ਕੀਪਿੰਗ ਦਾ ਲਰਨਰਸ ਇਨ ਟੱਚ ਵਿਦ ਕਰੰਟ ਔਰ ਬਰਨਿੰਗ ਟੋਪਿਕਸ। ਠੀਕ ਹੈ, ਨਵੇਂ ਜਿਹੜੇ ਟੋਪਿਕਸ ਹੈ ਬੱਚੇ ਉਹਦੇ ਨਾਲ ਜਿਹੜੇ ਆ ਉਹ ਟੱਚ ਦੇ ਵਿੱਚ ਰਹਿੰਦੇ ਨੇ। ਇਹ ਤੋਂ ਬਾਅਦ ਆ ਜਾਂਦਾ ਹੈ ਜੀ ਮੈਪਸ। ਦੇਖੋ ਮੈਪਸ ਕੀ ਕੰਮ ਕਰਦੇ ਆ, ਮੈਪਸ ਹੈਲਪ ਦਾ ਲਰਨਰਸ ਟੂ ਅੰਡਰਸਟੈਂਡ ਦਾ ਰਿਲੇਸ਼ਨਸ਼ਿਪ ਬਿਟਵੀਨ ਡਿਸਟੈਂਸ, ਪਲੇਸ ਐਂਡ ਡਾਇਰੈਕਸ਼ਨਸ। ਸਾਡੇ ਕੋਲ ਸਾਰਿਆਂ ਦੇ ਵਿੱਚ ਸਾਡੇ ਫੋਨ ਦੇ ਵਿੱਚ ਮੈਪ ਹੁੰਦੇ ਆ, ਗੂਗਲ ਮੈਪ ਹੁੰਦੇ ਆ, ਆਪਾਂ ਉਹਦੇ ਵਿੱਚ ਕੀ ਕਰਦੇ ਹਾਂ, ਸਾਨੂੰ ਐਗਜ਼ੈਕਟ ਡਿਸਟੈਂਸ, ਜਗ੍ਹਾ, ਡਾਇਰੈਕਸ਼ਨ ਸਾਨੂੰ ਆਸਾਨੀ ਦੇ ਨਾਲ ਉਹਦੇ ਵਿੱਚ ਜਿਹੜੀਆਂ ਮਿਲ ਜਾਂਦੀਆਂ। ਭਾਵੇਂ ਸਾਡੇ ਹਾਰਡ ਕਾਪੀ ਦੇ ਵਿੱਚ ਸਾਡੇ ਕੋਲ ਕੋਈ ਮੈਪ ਹੈ, ਸਾਡੇ ਕੋਲ ਕੋਈ ਨਕਸ਼ਾ ਆ, ਤਾਂ ਆਸਾਨੀ ਦੇ ਨਾਲ ਉਹ ਸਾਨੂੰ ਰਿਲੇਸ਼ਨਸ਼ਿਪ ਦੱਸ ਦਿੰਦਾ ਹੈ ਡਿਸਟੈਂਸ, ਪਲੇਸ ਅਤੇ ਡਾਇਰੈਕਸ਼ਨ ਦੇ ਨਾਲ। ਠੀਕ ਹੈ, ਲਰਨਰਸ ਲਰਨ ਦਾ ਯੂਜ਼ ਆਫ ਵੇਰੀਅਸ ਸਿੰਬਲਸ ਐਂਡ ਅੰਡਰਸਟੈਂਡ ਦਾ ਰਿਲੇਟਿਵ ਪੋਜੀਸ਼ਨ ਆਫ ਥਿੰਗਸ ਔਰ ਹਿਜ਼ ਔਰ ਹਰ ਇਨਵਾਇਰਮੈਂਟ। ਠੀਕ ਹੈ, ਉਹਨਾਂ ਨੂੰ ਸਿੰਬਲਸ ਪਤਾ ਲੱਗ ਜਾਂਦਾ, ਜਿਵੇਂ ਮੈਪ ਦੇ ਵਿੱਚ ਕਈ ਸਿੰਬਲਸ ਬਣੇ ਹੁੰਦੇ ਕਿ ਇੱਥੇ ਰੈਸਟੋਰੈਂਟ, ਅਗਰ ਕੋਈ ਖਾਣੇ ਦਾ ਨਿਸ਼ਾਨ ਬਣਿਆ ਦਾ ਮਤਲਬ ਉੱਥੇ ਰੈਸਟੋਰੈਂਟ ਹੈ, ਅਗਰ ਉੱਥੇ ਕੋਈ ਇੱਦਾਂ ਫਿਊਲ ਦਾ ਨਿਸ਼ਾਨ ਬਣਿਆ ਦਾ ਮਤਲਬ ਇੱਥੇ ਪੈਟਰੋਲ ਪੰਪ ਹੈ। ਠੀਕ ਹੈ, ਇੱਦਾਂ ਮਤਲਬ ਚੀਜ਼ਾਂ ਦਾ ਬੱਚਿਆਂ ਨੂੰ ਪਤਾ ਲੱਗ ਜਾਂਦਾ। ਉਸ ਤੋਂ ਬਾਅਦ ਆ ਜਾਂਦਾ ਜੀ ਮੋਡਲਸ। ਹੁਣ ਮੋਡਲਸ ਦੇਖੋ, ਜਿਵੇਂ ਕਿ ਆਪਾਂ ਸਾਰਿਆਂ ਨੇ ਬੀਐਡ ਕੀਤੀ ਹੈ, ਬੀਐਡ ਦੇ ਵਿੱਚ ਜਦੋਂ ਆਪਾਂ ਮੋਡਲਸ ਤਿਆਰ ਕਰਦੇ ਹਾਂ ਹੈ ਨਾ, ਜਦੋਂ ਸਾਡੀ ਇੰਟਰਨਸ਼ਿਪ ਵਾਲਾ ਪੀਰੀਅਡ ਹੁੰਦਾ ਹੈ। ਠੀਕ ਹੈ, 3rd ਸੈਮ ਦੇ ਵਿੱਚ ਜਾਂ ਕਈਆਂ ਦੇ 4th 'ਚ ਹੁੰਦਾ ਹੈ, ਤਾਂ ਉਦੋਂ ਆਪਾਂ ਮੋਡਲਸ ਬਣਾਉਂਦੇ ਹਾਂ। ਮੋਡਲਸ ਦਾ ਕੀ ਕੰਮ ਹੁੰਦਾ ਹੈ, ਮੋਡਲ ਇਜ਼ ਐਨ ਐਗਜ਼ੈਕਟ ਕਾਪੀ ਆਫ ਥਿੰਗ। ਅਗਰ ਅਸੀਂ ਕਿਸੇ ਚੀਜ਼ ਦਾ ਮੋਡਲ ਬਣਾਉਣਾ ਆ, ਅਗਰ ਅਸੀਂ ਰੇਨ ਵਾਟਰ ਹਾਰਵੈਸਟਿੰਗ ਦਾ ਮੋਡਲ ਬਣਾਉਣਾ ਆ, ਅਸੀਂ ਵਾਟਰ ਸਾਈਕਲ ਦਾ ਬਣਾਉਣਾ, ਅਤੇ ਅਸੀਂ ਕੀ ਕਰਦੇ ਹਾਂ, ਉਹ ਐਗਜ਼ੈਕਟ ਉਸ ਨੂੰ ਰੀਅਲ ਫੋਰਮ ਦੀ ਤਰ੍ਹਾਂ ਹੀ ਬਣਾਉਂਦੇ ਹਾਂ ਆਪਾਂ। ਠੀਕ ਹੈ, ਐਂਡ ਮਟੀਰੀਅਲ ਉਹਦਾ ਯੂਜ਼ ਕਰਦੇ ਕਿ ਪ੍ਰੋਪਰ ਬੱਦਲ ਦਿਖਣ ਹੈ ਨਾ, ਜੇ ਅਗਰ ਅਸੀਂ ਵਾਟਰ ਸਾਈਕਲ ਬਣਾਉਣਾ ਹੈ, ਮੀਂਹ ਪੈਂਦਾ ਦਿਖੇ, ਮਤਲਬ ਅਸੀਂ ਐਗਜ਼ੈਕਟ ਕਾਪੀ ਕਰਦੇ ਹਾਂ ਉਹਦੇ ਵਿੱਚ। ਠੀਕ ਹੈ, ਕਿਉਂਕਿ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਬੱਚੇ ਬਹੁਤ ਜ਼ਿਆਦਾ ਉਹਦੇ ਨਾਲ ਰਿਲੇਟ ਕਰਦੇ ਨੇ ਹੈ ਨਾ,
ਅਸੀਂ ਇੱਦਾਂ ਸ਼ੋਅ ਬੱਚਿਆਂ ਨੂੰ ਕਰਾਉਣਾ ਹੁੰਦਾ ਕਿ ਵੀ ਇਹੀ ਰੀਅਲ ਹੈ, ਮਤਲਬ ਇੱਦਾਂ ਅਸੀਂ ਬੱਚਿਆਂ ਨੂੰ ਸਮਝਾਉਣਾ ਹੁੰਦਾ। ਇਟ ਸ਼ੋਜ਼ ਦਾ ਐਗਜ਼ੈਕਟ ਸ਼ੇਪ ਸਾਈਜ਼ ਆਫ ਥਿੰਗ ਥਰੂ ਇਟਸ ਸਾਈਜ਼ ਮੇ ਬੀ ਸਮੋਲ। ਹੁਣ ਦੇਖੋ ਕਹਿੰਦੇ ਕਿ ਐਗਜ਼ੈਕਟ ਸ਼ੇਪ ਹੁੰਦੀ ਆ, ਠੀਕ ਹੈ, ਪਰ ਸਾਈਜ਼ 'ਚ ਸਮੋਲ ਹੋ ਸਕਦੇ ਆ। ਹੁਣ ਪਹਾੜ ਅਗਰ ਕਿਸੇ ਕੋਈ ਬਣੇ ਨੇ, ਠੀਕ ਹੈ, ਅਸੀਂ ਹੁਣ ਪਹਾੜ ਥੋੜ੍ਹੀ ਲਿਆ ਸਕਦੇ ਹਾਂ, ਅਸੀਂ ਉਹ ਪਹਾੜ ਨੂੰ ਹੂ ਬਹੂ ਬਣਾ ਸਕਦੇ ਹਾਂ ਤਾਂ ਕਿ ਉਹ ਲੱਗਣ ਕਿ ਹਾਂ ਇੱਦਾਂ ਦੇ ਪਹਾੜ ਹੁੰਦੇ ਆ, ਠੀਕ ਹੈ। ਫੋਰ ਐਗਜ਼ਾਮਪਲ ਗਲੋਬ ਮੇਕਸ ਦਾ ਲਰਨਰ ਟੂ ਅੰਡਰਸਟੈਂਡ ਐਗਜ਼ੈਕਟ ਸ਼ੇਪ ਐਂਡ ਸਾਈਜ਼ ਆਫ ਅਰਥ, ਠੀਕ ਹੈ ਜੀ। ਇਹ ਤੋਂ ਅੱਗੇ ਆ ਜਾਂਦਾ ਜੀ ਸਲਾਈਡ ਐਂਡ ਫਿਲਮ, ਠੀਕ ਹੈ। ਸਲਾਈਡ ਸ਼ੋ ਜਿਵੇਂ ਆਪਾਂ ਦੇਖਦੇ ਹਾਂ ਨਾ, ਆਪਾਂ ਕਈ ਵਾਰ ਕਈ ਪਿਕਚਰਸ ਹੁੰਦੀਆਂ ਨੇ ਆਪਣੇ ਅਤੇ ਆਪਾਂ ਉਹਨੂੰ ਇਕੱਠਾ ਕਰ ਲੈਂਦੇ ਹਾਂ ਇੱਕ ਫਿਲਮ ਦੀ ਤਰ੍ਹਾਂ, ਮਤਲਬ ਉਹ ਸਲਾਈਡ ਵਾਰੀ ਵਾਰੀ ਸਿਰਫ ਆਪਣੇ ਆਪ ਪਿਕਚਰਸ ਅੱਗੇ ਅੱਗੇ ਹੁੰਦੀ ਜਾਂਦੀਆਂ ਨੇ, ਠੀਕ ਹੈ। ਦੇ ਸ਼ੋ ਥਿੰਗਸ ਇਨ ਦਾ ਓਰੀਜਨਲ ਫੋਰਮ, ਦੇ ਆਰ ਹੈਲਪਫੁਲ ਇਨ ਸ਼ੋਇੰਗ ਥਿੰਗਸ ਵਿਚ ਵੀ ਕੈਨੋਟ ਸੀ ਡਾਇਰੈਕਟਲੀ। ਹੁਣ ਅਸੀਂ ਦੇਖੋ, ਅਸੀਂ ਇੱਥੇ ਆਪਣੀ ਜਗ੍ਹਾ 'ਤੇ ਬੈਠੇ ਹਾਂ, ਮੰਨ ਲਓ ਮੈਂ ਜਲੰਧਰ ਬੈਠਾ ਹਾਂ, ਹੈ ਨਾ। ਜਲੰਧਰ ਬੈਠੇ ਬੈਠੇ ਭਾਵੇਂ ਮੈਂ ਅੰਮ੍ਰਿਤਸਰ ਨਹੀਂ ਜਾ ਸਕਦਾ, ਭਾਵੇਂ ਮੈਂ ਜੰਮੂ ਕਸ਼ਮੀਰ ਨਹੀਂ ਜਾ ਸਕਦਾ, ਮੈਂ ਸ਼ਿਮਲਾ ਨਹੀਂ ਜਾ ਸਕਦਾ, ਪਰ ਅਸੀਂ ਉਸ ਨੂੰ ਫੋਟੋਜ਼ ਦੇ ਜ਼ਰੀਏ, ਸਲਾਈਡਸ ਦੇ ਜ਼ਰੀਏ, ਫਿਲਮ ਦੇ ਜ਼ਰੀਏ ਆਸਾਨੀ ਦੇ ਨਾਲ ਦੇਖ ਲੈਂਦੇ ਹਾਂ। ਹੁਣ ਅਸੀਂ ਕਈ ਵਾਰ ਬਾਹਰ ਨਹੀਂ ਗਏ ਹੋਏ, ਅਸੀਂ ਕੈਨੇਡਾ ਨਹੀਂ ਗਏ, ਅਸੀਂ UK ਨਹੀਂ ਗਏ, ਪਰ ਅਸੀਂ ਕਈ ਵਾਰ ਬੈਠੇ ਬੈਠੇ ਅਸੀਂ ਉੱਥੇ ਦੀਆਂ ਚੀਜ਼ਾਂ ਦੇਖ ਲੈਂਦੇ ਹਾਂ। ਉਹ ਕਿੱਦਾਂ ਦੇਖਦੇ ਹਾਂ? ਫਿਲਮਸ ਦੇ ਜ਼ਰੀਏ, ਸਲਾਈਡਸ ਦੇ ਜ਼ਰੀਏ, ਠੀਕ ਹੈ। ਹੁਣ ਜਿਵੇਂ ਇਹਦੇ ਵਿੱਚ ਦੱਸਿਆ ਡਿਫਰੈਂਟ ਟਾਈਪ ਆਫ ਐਨੀਮਲ, ਦੇਅਰ ਇਨਵਾਇਰਮੈਂਟ, ਟਾਈਪ ਆਫ ਫਿਊਲ, ਡਿਸਟਰਕਸ਼ਨ, ਇਹ ਸਾਰੀ ਚੀਜ਼ਾਂ ਅਸੀਂ ਭਾਵੇਂ ਅਸਲ 'ਚ ਨਹੀਂ ਦੇਖੀਆਂ ਪਰ ਅਸੀਂ ਫਿਲਮਸ ਦੇ ਜ਼ਰੀਏ ਦੇਖ ਲੈਂਦੇ ਹਾਂ, ਠੀਕ ਹੈ। ਇਹ ਤੋਂ ਅੱਗੇ ਜੀ ਟਿਕਟਸ ਟਾਈਮ ਟੇਬਲ। ਹੁਣ ਟਾਈਮ ਟੇਬਲ ਹੈ, ਦੇਖੋ ਦੇ ਪ੍ਰੋਵਾਈਡ ਰੀਅਲ ਇਨਫੋਰਮੇਸ਼ਨ ਟੂ ਦਾ ਲਰਨਰ। ਟਾਈਮ ਟੇਬਲ ਜਿਹੜਾ ਹੁੰਦਾ ਹੈ ਆਪਾਂ ਸਕੂਲਾਂ 'ਚ ਦੇਖਦੇ ਹਾਂ, ਰੀਅਲ ਇਨਫੋਰਮੇਸ਼ਨ ਸਾਨੂੰ ਦਿੰਦੇ ਆ। ਦੇ ਡਿਵੈਲਪ ਓਬਜ਼ਰਵੇਸ਼ਨ ਸਕਿੱਲ ਆਫ ਦਾ ਲਰਨਰ, ਬੱਚੇ ਓਬਜ਼ਰਵ ਕਰਦੇ ਨੇ ਖੁਦ, ਹੈ ਨਾ। ਇਹ ਤੋਂ ਅੱਗੇ ਆ ਜਾਂਦੀ ਹੈ ਜੀ ਦੇ ਪ੍ਰੋਡਿਊਸ ਕੰਸੈਪਚੁਅਲ ਥਿੰਗਸ ਇਨ ਅ ਪ੍ਰੈਕਟੀਕਲ ਵੇ। ਇਹ ਪ੍ਰੈਕਟੀਕਲ ਵੇ ਨਾਲ ਸਾਨੂੰ ਚੀਜ਼ਾਂ ਸਮਝਾਉਂਦਾ ਆ, ਠੀਕ ਹੈ, ਸਾਡੇ ਅੰਦਰ ਜਿਹਾ ਪ੍ਰੋਡਿਊਸ ਵੀ ਕਰਦਾ ਆ। ਉਹ ਤੋਂ ਅੱਗੇ ਆ ਜਾਂਦਾ ਜੀ ਆਡੀਓ। ਇਹ ਸਾਰੀਆਂ ਵਿਜ਼ੂਅਲ ਸੀਗੀਆਂ ਜਿਹੜਾ ਜਦੋਂ ਸਾਨੂੰ ਇਨਫੋਰਮੇਸ਼ਨ ਦੇਖ ਕੇ ਪ੍ਰਾਪਤ ਹੁੰਦੀ ਆ। ਹੁਣ ਆ ਗਿਆ ਆਡੀਓ। ਆਡੀਓ ਦਾ ਕੰਮ ਕਿਹਦੇ ਨਾਲ ਆ? ਆਡੀਓ ਦੇ ਕੰਮ ਹੈ ਜੀ ਈਅਰਸ ਦੇ ਨਾਲ, ਅਸੀਂ ਸੁਣਨ ਕੇ ਜਦੋਂ ਇਨਫੋਰਮੇਸ਼ਨ ਗ੍ਰੈਬ ਕਰਨੀ ਆ। ਆਡੀਟਰੀ ਆਰਗਨ ਈਅਰ ਹੈਲਪ ਇਨ ਐਕਵਾਇਰਿੰਗ ਨੌਲੇਜ। ਥਰੂ these aids learners can receive knowledge any time and anywhere। ਇਹਦੇ ਨਾਲ ਅਸੀਂ ਇਨਫੋਰਮੇਸ਼ਨ ਕਿਤੇ ਵੀ ਅਤੇ ਕਿਸੇ ਵੀ ਟਾਈਮ ਅਸੀਂ ਇਨਫੋਰਮੇਸ਼ਨ ਜਿਹੜੀਆਂ ਰਿਸੀਵ ਕਰ ਸਕਦੇ ਹਾਂ, ਠੀਕ ਹੈ। ਮਤਲਬ ਸਾਡੇ ਕੋਲ ਮੰਨ ਲਓ ਕੋਈ ਆਡੀਓ ਕਲਿੱਪ ਆ, ਠੀਕ ਹੈ, ਅਸੀਂ ਭਾਵੇਂ ਕਿਤੇ ਬੱਸ 'ਚ ਜਾ ਰਹੇ ਹਾਂ, ਅਸੀਂ ਹੈਡਫੋਨ ਲਗਾ ਕੇ ਸੁਣ ਸਕਦੇ ਹਾਂ ਆਰਾਮ ਦੇ ਨਾਲ, ਠੀਕ ਹੈ। ਜਿਵੇਂ ਐਗਜ਼ਾਮਪਲ ਰੇਡੀਓ, ਗ੍ਰੈਮੋਫੋਨ, ਟੇਪ ਰਿਕਾਰਡਰ, ਅਸੀਂ ਕਿਤੇ ਵੀ ਸੁਣ ਸਕਦੇ ਹਾਂ, ਕੋਈ ਪਾਬੰਦੀ ਨਹੀਂ ਹੈਗੀ ਕਿ ਇਸ ਜਗ੍ਹਾ 'ਤੇ ਨਹੀਂ ਦੇਖ ਸਕਦੇ, ਸੁਣ ਸਕਦੇ, ਸੌਰੀ, ਠੀਕ ਹੈ। ਸੋ ਇਹਦੇ ਤੋਂ ਅੱਗੇ ਆ ਜਾਂਦਾ ਜੀ ਆਡੀਓ ਵਿਜ਼ੂਅਲ। ਦੇਖੋ ਇਹਦੇ ਵਿੱਚ ਆਡੀਓ ਅਤੇ ਵਿਜ਼ੂਅਲ ਦੋਨੋਂ ਆ ਜਾਂਦੇ ਆ। ਇਹ ਸਭ ਤੋਂ ਜ਼ਿਆਦਾ ਇਫੈਕਟਿਵ ਆ। ਇਹ ਕੀ ਹੈ ਜੀ? ਸਭ ਤੋਂ ਜ਼ਿਆਦਾ ਇਫੈਕਟਿਵ ਆ, ਕਿਉਂਕਿ ਇਹਦੇ ਵਿੱਚ ਅਸੀਂ ਦੇਖ ਔਰ ਸੁਣ ਦੋਨੋਂ ਇਕੱਠੇ ਸਕਦੇ ਹਾਂ, ਠੀਕ ਹੈ। ਜਿਵੇਂ ਯੂਜ਼ ਆਫ ਆਲ ਸੈਂਸਿਸ ਆਰਗਨ ਇਜ਼ ਨੈਸੈਸਰੀ ਟੂ ਗੇਨ ਨੌਲੇਜ ਐਂਡ ਯੂਜ਼ ਆਫ ਆਡੀਓ ਵਿਜ਼ੂਅਲ ਏਡ ਇਨਵੋਲਵ ਮੈਕਸੀਮਮ ਯੂਜ਼ ਆਫ ਸੈਂਸ ਆਰਗਨ। ਸੁਣ ਵੀ ਰਹੇ ਹੁੰਦੇ ਹਾਂ, ਅਸੀਂ ਦੇਖ ਵੀ ਰਹੇ ਹੁੰਦੇ ਹਾਂ, ਠੀਕ ਹੈ। ਸੋ ਮਤਲਬ ਇਹਦੇ ਵਿੱਚ ਦੋਨੋਂ ਜ਼ਿਆਦਾ ਸੈਂਸਿਸ, ਜਿੱਥੇ ਜ਼ਿਆਦਾ ਸੈਂਸਿਸ ਯੂਜ਼ ਹੁੰਦੇ ਨੇ, ਅਸੀਂ ਇਨਫੋਰਮੇਸ਼ਨ ਜਲਦੀ ਗ੍ਰੈਬ ਕਰਦੇ ਹਾਂ। ਥੀਸ ਏਡਸ ਆਰ ਵੈਰੀ ਯੂਜ਼ਫੁਲ ਇਨ ਮਲਟੀ ਇੰਟੈਲੀਜੈਂਸ ਕਲਾਸ, ਠੀਕ ਹੈ। ਜਦੋਂ ਕਿਤੇ ਮਲਟੀ ਇੰਟੈਲੀਜੈਂਸ ਕਲਾਸ ਹੋਵੇ ਉੱਥੇ ਏਡਸ ਯੂਜ਼ ਕੀਤੀ ਜਾਂਦੀ ਆ। ਥੀਸ ਏਡਸ ਮੇਕ ਦਾ ਸਬਜੈਕਟ ਇੰਟਰਸਟਿੰਗ। ਇਸ ਸਬਜੈਕਟ ਨੂੰ ਬਹੁਤ ਇੰਟਰਸਟਿੰਗ ਬਣਾਇਆ ਜਾਂਦਾ, ਈਜ਼ੀ। ਬਿਸਾਈਡ ਪ੍ਰੋਵਾਈਡਿੰਗ ਐਂਟਰਟੇਨਮੈਂਟ ਟੂ ਦਾ ਲਰਨਰਸ ਦੇ ਆਲਸੋ ਮੇਕ ਲਰਨਿੰਗ ਪਰਮਾਨੈਂਟ। ਇਹਦੇ ਨਾਲ ਲਰਨਿੰਗ ਵੀ ਪਰਮਾਨੈਂਟ ਹੁੰਦੀ ਹੈ। ਹੁਣ ਇਹਦੀਆਂ ਐਗਜ਼ਾਮਪਲਸ ਕੀ ਨੇ? ਦੇਖੋ ਤੁਹਾਨੂੰ ਕਈ ਵਾਰ ਕੁਐਸਚਨ ਇੱਦਾਂ ਪੁੱਛ ਲੈਂਦੇ ਆ ਕਿ ਆਡੀਓ ਵਿਜ਼ੂਅਲ ਦੀ ਕੋਈ ਐਗਜ਼ਾਮਪਲ ਦਿਓ, ਜਾਂ ਉਹਨਾਂ ਨੇ ਦੱਸੀ ਹੋਣੀ ਕਿ ਇਹਦੇ ਵਿੱਚੋਂ ਦੱਸੋ ਕਿਹੜੀ ਨਹੀਂ ਹੈਗੀ। ਸੋ ਦੇਖੋ ਟੈਲੀਵਿਜ਼ਨ ਦੇ ਵਿੱਚ ਅਸੀਂ ਇੱਕ ਮਿੰਟ ਦੇਖੋ, ਟੈਲੀਵਿਜ਼ਨ 'ਤੇ ਅਸੀਂ ਇੱਕੋ ਟਾਈਮ 'ਤੇ ਅਸੀਂ ਸੁਣ ਵੀ ਸਕਦੇ ਹਾਂ ਅਤੇ ਅਸੀਂ ਦੇਖ ਵੀ ਰਹੇ ਹੁੰਦੇ ਹਾਂ। ਫਿਲਮ ਦੇ ਵਿੱਚ ਵੀ ਇੱਦਾਂ ਹੀ ਆ, ਪ੍ਰੋਜੈਕਟਰ 'ਚ ਵੀ ਇੱਦਾਂ ਹੀ ਆ, ਠੀਕ ਹੈ। ਸੋ ਇਹ ਤਿੰਨੋਂ ਆਪਸ਼ਨ ਜਿਹੜੀਆਂ ਆ ਇਹ ਤੁਸੀਂ ਯਾਦ ਰੱਖਿਓ, ਇਹ ਕੀ ਆ? ਆਡੀਓ ਵਿਜ਼ੂਅਲ ਦੀਆਂ ਐਗਜ਼ਾਮਪਲਸ ਨੇ, ਠੀਕ ਹੈ। ਅਗਰ ਇਕੱਲੀ ਆਡੀਓ ਦੀ ਗੱਲ ਕਰਨਗੇ ਫਿਰ ਰੇਡੀਓ, ਟੇਪ ਰਿਕਾਰਡਰ, ਠੀਕ ਹੈ। ਇਕੱਲਾ ਵਿਜ਼ੂਅਲ ਦੀ ਗੱਲ ਕਰਨਗੇ ਤਾਂ ਟੈਲੀਵਿਜ਼ਨ ਨਹੀਂ, ਉਹਦੇ ਵਿੱਚ ਆਪਾਂ ਟੈਲੀਵਿਜ਼ਨ ਨਹੀਂ ਕਹਿ ਸਕਦੇ। ਉਹਦੇ ਵਿੱਚ ਫਿਰ ਕੀ ਆਊਗਾ? ਆ ਮੋਡਲਸ, ਮੈਪਸ, ਸਲਾਈਡਸ ਜਾਂ ਪਿਕਚਰਸ, ਠੀਕ ਹੈ। ਸੋ ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਜੀ ਐਕਟੀਵਿਟੀ। ਹੁਣ ਇਹਦੇ ਵਿੱਚ ਐਕਟੀਵਿਟੀ ਏਡ ਆ ਗਈਆਂ।
ਜਿਹਦੇ ਵਿੱਚ ਬੱਚੇ ਇਨਫੋਰਮੇਸ਼ਨ ਕਿੱਦਾਂ ਗ੍ਰੈਬ ਕਰਦੇ ਆ, ਐਕਟੀਵਿਟੀ ਦੇ ਥਰੂ। ਦੇ ਪ੍ਰੋਵਾਈਡ ਰੀਅਲ ਨੌਲੇਜ, ਇਹ ਰੀਅਲ ਨੌਲੇਜ ਹੁੰਦੀ ਹੈ। ਐਕਟੀਵਿਟੀ ਦੇ ਥਰੂ ਜਿਹੜੀ ਅਸੀਂ ਨੌਲੇਜ ਕਰਦੇ ਹਾਂ ਇਹ ਰੀਅਲ ਨੌਲੇਜ ਹੁੰਦੀ ਹੈ। ਨਿਊ ਥਿੰਗਸ ਕੈਨ ਬੀ ਲਰਨਡ ਥਰੂ ਦੀਜ਼ ਏਡ, ਅਸੀਂ ਨਵੀਆਂ ਚੀਜ਼ਾਂ ਸਿੱਖਦੇ ਹਾਂ। ਦੇ ਪ੍ਰੋਵਾਈਡ ਪਰਸਨਲ ਐਕਸਪੀਰੀਅੰਸਿਸ। ਫੋਰ ਐਗਜ਼ਾਮਪਲ, ਹੁਣ ਐਗਜ਼ਾਮਪਲ ਨੂੰ ਤੁਸੀਂ ਯਾਦ ਰੱਖਣਾ, ਠੀਕ ਹੈ। ਫੀਲਡ ਟ੍ਰਿਪ ਆਫ ਹਿਸਟੋਰੀਕਲ ਪਲੇਸ, ਮੋਨੂਮੈਂਟ ਐਂਡ ਮਿਊਜ਼ੀਅਮ, ਅਸੀਂ ਮਿਊਜ਼ੀਅਮ 'ਚ ਜਾ ਕੇ ਅਸੀਂ ਖੁਦ ਉੱਥੇ ਜਾਂਦੇ ਹਾਂ, ਅਸੀਂ ਉੱਥੇ ਚੀਜ਼ਾਂ ਨੂੰ ਦੇਖਦੇ ਹਾਂ, ਓਬਜ਼ਰਵ ਕਰਦੇ ਹਾਂ, ਹੈ ਨਾ। ਅਸੀਂ ਮਤਲਬ ਪਰਸਨਲ ਐਕਸਪੀਰੀਅੰਸ ਸਾਡਾ ਜਿਹੜਾ ਉੱਥੇ ਜਿਹੜਾ ਆ ਅਸੀਂ ਉਹਨੂੰ ਫੀਲ ਕਰਦੇ ਹਾਂ, ਹੈ ਨਾ। ਲਰਨਰਸ ਕੈਨ ਆਲਸੋ ਲਰਨ ਫਰੋਮ ਦੇਅਰ ਫੈਮਲੀਜ਼ ਔਰ ਕਮਿਊਨਿਟੀਜ਼ ਬਿਸਾਈਡ ਦਾ ਅਬਵ ਦਾ ਸੈਡ ਮਟੀਰੀਅਲ। ਇਟ ਹੈਲਪਸ ਟੀਚਰਸ ਟੂ ਨੋ ਦਾ ਬੈਕਗਰਾਊਂਡ ਆਫ ਦਾ ਚਿਲਡਰਨ, ਠੀਕ ਹੈ। ਹੈਲਪਸ ਇਨ ਇਨਵੋਲਵਮੈਂਟ ਆਫ ਫੈਮਲੀਜ਼ ਐਂਡ ਕਮਿਊਨਿਟੀਜ਼ ਇਨ ਦਾ ਪ੍ਰੋਸੈਸ ਆਫ ਲਰਨਿੰਗ, ਠੀਕ ਹੈ। They get from their families of communities knowledge about social changes, mode of transportation in early days, old techniques of food preservation, construction material of house etc, ਠੀਕ ਹੈ। ਸੋ ਇਹ ਸਾਰੀਆਂ ਕੀ ਸੀਗੀਆਂ ਜੀ, ਆਪਾਂ ਪੜ੍ਹੀਆਂ ਟੀਚਿੰਗ ਏਡਸ। ਹੁਣ ਦੇਖੋ ਇਹਦੇ ਨਾਲ ਮਤਲਬ ਥੋੜ੍ਹੇ ਕੁਐਸਚਨਸ ਨੇ ਕਿ ਇਹਦੇ ਵਿੱਚੋਂ ਕੁਐਸਚਨਸ ਜਿਹੜੇ ਤੁਹਾਨੂੰ ਕਿੱਦਾਂ ਦੇ ਆ ਸਕਦੇ, ਠੀਕ ਹੈ। ਆਪਾਂ ਇੱਕ ਥੋੜ੍ਹੇ ਕੁਐਸਚਨ ਦੇਖਦੇ ਹਾਂ 5-6। ਦੇਖੋ ਕਹਿੰਦਾ ਕਿ ਵਿਚ ਆਫ ਦਾ ਫੋਲੋਇੰਗ ਕੈਨ ਪ੍ਰੋਵਾਈਡ ਪ੍ਰੋਪਰ ਇਨਫੋਰਮੇਸ਼ਨ ਅਬਾਊਟ ਹਾਊ ਟੂ ਥਿੰਕ ਪ੍ਰੀਜ਼ਰਵ ਐਟ ਹੋਮ, ਕਿ ਚੀਜ਼ਾਂ ਨੂੰ ਹੋਮ ਦੇ ਵਿੱਚ ਕਿਵੇਂ ਅਸੀਂ ਪ੍ਰੀਜ਼ਰਵ ਕਰ ਸਕਦੇ ਹਾਂ। ਇਹ ਸਾਨੂੰ ਇਹਦੇ ਵਿੱਚੋਂ ਕਿਹਦੇ ਤੋਂ ਇਨਫੋਰਮੇਸ਼ਨ ਮਿਲਦੀ ਹੈ, ਮਾਰਕੀਟ ਤੋਂ, ਫੈਮਿਲੀ ਤੋਂ, TV ਤੋਂ ਜਾਂ ਨਿਊਜ਼ਪੇਪਰ ਤੋਂ। ਦੇਖੋ ਇਹਦਾ ਜਿਹੜਾ ਸਹੀ ਆਨਸਰ ਹੈ ਬਿਲਕੁਲ ਫੈਮਿਲੀ ਹੈ। ਸਾਨੂੰ ਫੈਮਿਲੀ, ਹੁਣ ਮਾਰਕੀਟ ਜਾ ਕੇ ਸਾਨੂੰ ਇਹ ਥੋੜ੍ਹੀ ਪਤਾ ਲੱਗੂਗਾ ਕਿ ਅਸੀਂ ਘਰੇ ਕਿਵੇਂ ਪ੍ਰੀਜ਼ਰਵ ਕਰਨਾ ਚੀਜ਼ਾਂ। TV ਤੋਂ ਵੀ ਨਹੀਂ ਪਤਾ ਲੱਗਣਾ, ਨਿਊਜ਼ਪੇਪਰ ਤੋਂ ਵੀ ਨਹੀਂ। ਸੋ B ਆਪਸ਼ਨ ਸਹੀ ਆ। ਸੈਕਿੰਡ ਆ, ਵਿਚ ਆਫ ਦਾ ਫੋਲੋਇੰਗ ਇਜ਼ ਐਨ ਐਕਟੀਵਿਟੀ ਏਡ। ਦੇਖੋ ਆਪਾਂ ਹੁਣੇ ਪੜ੍ਹਿਆ ਆ ਐਕਟੀਵਿਟੀ ਏਡ ਕਿਹੜੀ ਹੁੰਦੀ ਆ, ਟ੍ਰਿਪ ਟੂ ਅ ਹਿਸਟੋਰੀਕਲ ਪਲੇਸ, ਟ੍ਰਿਪ ਟੂ ਅ ਮਿਊਜ਼ੀਅਮ, ਟ੍ਰਿਪ ਟੂ ਅ ਪਾਰਕ ਜਾਂ D ਆਲ। ਸੋ ਬਿਲਕੁਲ ਇਹਦਾ ਜਵਾਬ ਕੀ ਆ, D ਆਲ। ਜਦੋਂ ਅਸੀਂ ਕਿਤੇ ਪਰਸਨਲੀ ਐਕਸਪੀਰੀਅੰਸ ਕਰਦੇ ਹਾਂ, ਕਿਤੇ ਜਾ ਕੇ ਅਸੀਂ ਵਿਜ਼ਿਟ ਕਰਦੇ ਹਾਂ, ਉਹ ਐਕਟੀਵਿਟੀ ਏਡ ਹੁੰਦੀ ਹੈ, ਠੀਕ ਹੈ। ਕਹਿੰਦੇ ਦਾ EVS ਟੀਚਰ ਆਫ ਕਲਾਸ 5th ਵਾਂਟਸ ਟੂ ਟੈਲ ਅਬਾਊਟ ਫਿਊਲ ਟੂ ਦਾ ਕਲਾਸ, ਦਾ ਐਪਰੋਪਰੀਏਟ ਟੀਚਿੰਗ ਏਡ ਫॉर ਇਟ ਇਜ਼, ਠੀਕ ਹੈ। ਫਿਊਲ ਦੇ ਬਾਰੇ ਜਿਹੜਾ ਆ ਟੀਚਰ ਨੇ ਦੱਸਣਾ ਆ, ਠੀਕ ਹੈ। ਹੁਣ ਉਹ ਕਹਿ ਰਿਹਾ ਕਿ ਉਹਦੇ ਵਿੱਚ ਜਿਹੜੀ ਬੈਸਟ ਜਿਹੜੀ ਆਪਸ਼ਨ ਆ ਉਹ ਕਿਹੜੀ ਹੋ ਸਕਦੀ ਹੈ, ਉਹ ਕਿਹੜੀ ਟੀਚਿੰਗ ਏਡ ਆ ਜਿਹਦੇ ਨਾਲ ਉਹ ਫਿਊਲਸ ਦੇ ਬਾਰੇ ਜਿਹੜਾ ਆ ਐਗਜ਼ੈਕਟ ਦੱਸ ਸਕਦਾ ਹੈ। ਤੋ ਕਹਿੰਦੇ ਪਿਕਚਰ, TV, ਸਲਾਈਡ ਜਾਂ ਚਾਰਟ। ਸੋ ਜਿਹੜੇ ਇਹਦਾ ਸਹੀ ਆਨਸਰ ਹੋਊਗਾ ਉਹ ਕੀ ਹੋਊਗਾ ਜੀ, ਸਲਾਈਡ। ਬੱਚਿਆਂ ਨੂੰ ਸਲਾਈਡ ਦੇ ਨਾਲ ਦਿਖਾਵਾਂਗੇ, ਠੀਕ ਹੈ। ਥੋੜ੍ਹੀਆਂ ਪਿਕਚਰਸ ਦਿਖਾਵਾਂਗੇ। ਹੁਣ ਇੱਕ ਪਿਕਚਰ 'ਚ ਅਸੀਂ ਸਾਰੀਆਂ ਫਿਊਲਸ ਨਹੀਂ ਦੱਸ ਸਕਦੇ ਕਿ ਕਿਹੜੀ ਤਰ੍ਹਾਂ ਦੀਆਂ ਫਿਊਲਸ ਹੁੰਦੀਆਂ। ਸਲਾਈਡ ਦੇ ਵਿੱਚ ਅਸੀਂ ਦੱਸਾਂਗੇ ਕਿ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ, ਉਹਨਾਂ ਦੀਆਂ ਅਲੱਗ-ਅਲੱਗ ਪਿਕਚਰਸ ਦਿਖਾਈ ਜਾ ਸਕਦੀ, ਠੀਕ ਹੈ। ਚੌਥਾ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਟੀਚਿੰਗ ਏਡ ਮੇਕ ਸਬਜੈਕਟ ਮੈਟਰ ਇੰਟਰਸਟਿੰਗ, ਸਿੰਪਲ ਐਂਡ ਇੰਟੈਲੀਜੀਬਲ, ਠੀਕ ਹੈ। ਮਤਲਬ ਕਿਹਦੇ ਨਾਲ ਅਸੀਂ ਮਤਲਬ ਇੰਟਰਸਟ ਜਿਹੜਾ ਆ ਆਪਾਂ ਇਨਕਰੀਜ਼ ਕਰ ਸਕਦੇ ਹਾਂ, ਕਿਹੜੀ ਟੀਚਿੰਗ ਏਡ ਦੇ ਨਾਲ, TV ਦੇ ਨਾਲ, ਫੀਲਡ ਟ੍ਰਿਪ ਦੇ ਨਾਲ, ਮੈਗਜ਼ੀਨ ਦੇ ਨਾਲ ਜਾਂ ਪਿਕਚਰਸ ਦੇ ਨਾਲ। ਸੋ ਦੇਖੋ ਜਿਹੜਾ ਚੌਥੇ ਦਾ ਜਿਹੜਾ ਸਹੀ ਆਨਸਰ ਹੈ ਬਿਲਕੁਲ ਕੀ ਹੈ ਜੀ, ਆਪਸ਼ਨ ਨੰਬਰ A, ਠੀਕ ਹੈ ਜੀ, TV ਦੇ ਨਾਲ। ਵਿਚ ਟਾਈਪ ਆਫ ਏਡਸ ਆਰ ਪਿਕਚਰਸ, ਮੈਪਸ, ਗ੍ਰਾਫਸ, ਮਾਡਲਸ ਐਟਸੈਕਟਰਾ, ਠੀਕ ਹੈ। ਕਹਿੰਦੇ ਉਹ ਕਿਹੜੀ ਏਡ ਆ ਜਿਹਦੇ ਵਿੱਚ ਪਿਕਚਰਸ, ਮੈਪ, ਗ੍ਰਾਫ ਔਰ ਮਾਡਲਸ ਹੁੰਦੇ, ਜਿਵੇਂ ਆਪਾਂ ਪਹਿਲਾਂ ਪੜ੍ਹਿਆ। ਇਹਦਾ ਆਨਸਰ ਕੀ ਹੈ ਜੀ, ਬਿਲਕੁਲ A ਆਪਸ਼ਨ, ਵਿਜ਼ੂਅਲ। ਛੇਵਾਂ ਜੀ ਕਹਿੰਦੇ ਟੂ ਟੀਚ ਆਵਰ ਫਰੈਂਡਸ ਬਰਡ, ਮੋਹਿਨੀ ਟੇਕਸ ਦਾ ਚਿਲਡਰਨ ਟੂ ਅ ਨੀਅਰ ਬਾਈ ਪਾਰਕ, ਵਿਚ ਟਾਈਪ ਆਫ ਟੀਚਿੰਗ ਏਡ ਇਜ਼ ਸ਼ੀ ਯੂਜ਼ਿੰਗ। ਬੱਚਿਆਂ ਨੂੰ ਉਹ ਨੀਅਰਲੀ ਪਾਰਕ 'ਤੇ ਲੈ ਕੇ ਗਈ ਹੈ, ਠੀਕ ਹੈ। ਧਿਆਨ ਰੱਖਣਾ ਹੈ ਇੱਦਾਂ ਦੇ ਕੀਵਰਡਸ 'ਤੇ। ਕਹਿੰਦੇ ਵਿਚ ਟਾਈਪ ਆਫ ਟੀਚਿੰਗ ਏਡ ਇਜ਼ ਸ਼ੀ ਯੂਜ਼ਿੰਗ, ਕਿੱਦਾਂ ਦੀ ਉਹ ਟੀਚਿੰਗ ਏਡ ਜਿਹੜੀ ਯੂਜ਼ ਕਰ ਰਹੀ ਹੈ। ਦੇਖੋ ਕਿਤੇ ਜਾ ਕੇ ਵਿਜ਼ਿਟ ਕਰ ਰਹੀ ਹੈ, ਤਾਂ ਆਪਾਂ ਹੁਣੇ ਪੜ੍ਹਿਆ ਆ। ਸੋ 6ਵੇਂ ਦਾ ਆਨਸਰ ਕੀ ਹੈ ਜੀ, ਆਪਸ਼ਨ ਨੰਬਰ C, ਐਕਟੀਵਿਟੀ। ਥਰੂ ਮੈਪਸ ਅ ਚਿਲਡਰਨ ਡਿਵੈਲਪ, ਕਹਿੰਦੇ ਮੈਪਸ ਦੇ ਨਾਲ ਕੀ ਹੋਵੇਗਾ, ਅ ਚਾਈਲਡ ਡਿਵੈਲਪਸ ਅੰਡਰਸਟੈਂਡਿੰਗ ਆਫ ਰਿਲੇਟਿਵ ਪੋਜੀਸ਼ਨ ਆਫ ਪਲੇਸ, ਡਿਸਟੈਂਸ ਐਂਡ ਡਾਇਰੈਕਸ਼ਨ, ਜਾਂ ਅ ਚਾਈਲਡ ਨੋਜ਼ ਦਾ ਰਿਲੇਟਿਵ ਪੋਜੀਸ਼ਨ ਆਫ ਥਿੰਗਸ ਇਨ ਹਿਜ਼ ਸਰਾਊਂਡਿੰਗ, ਜਾਂ C, ਬੋਥ। ਸੋ ਬਿਲਕੁਲ ਇਹਦਾ ਸਹੀ ਜਵਾਬ ਹੈ C, ਬੋਥ। ਦੋਨੋਂ ਚੀਜ਼ਾਂ ਹੀ ਪਤਾ ਲੱਗਦੀਆਂ। ਚੌਥਾ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਇੰਪੋਰਟੈਂਸ ਆਫ ਟੀਚਿੰਗ ਏਡ, ਕਿਹੜੀ ਇਹਨਾਂ ਦੇ ਵਿੱਚੋਂ ਇੰਪੋਰਟੈਂਸ ਜਿਹੜੀ ਹੈ ਟੀਚਿੰਗ ਏਡ ਦੀ ਨਹੀਂ ਹੈ। ਦੇਖੋ ਇਹਨੂੰ ਕੀ ਕਰਾਂਗੇ, ਦੇ ਡਿਵੈਲਪ ਦਾ ਸੈਂਸਿਸ ਆਫ ਦਾ ਲਰਨਰ, ਬਿਲਕੁਲ ਇਹ ਸਹੀ ਹੈ, ਹੈ ਨਾ। ਸੋ
ਸੋ ਆਪਾਂ ਪਰ ਗਲਤ ਦੇਖਣੀ ਹੈ। ਦੇ ਮੇਕ ਦ ਲਰਨਰਸ ਐਕਟਿਵਲੀ ਇੰਗੇਜਡ, ਬਿਲਕੁਲ ਇਹ ਵੀ ਸਹੀ ਹੈ। ਸੀ ਆਪਸ਼ਨ ਦੇ ਪ੍ਰਮੋਟ ਨॉन ਸਾਇੰਟੀਫਿਕ ਵਿਊ ਅਮੰਗ ਦ ਲਰਨਰਸ, ਜਾਂ ਡੀ ਦੇ ਹੈਲਪ ਇਨ ਅੰਡਰਸਟੈਂਡਿੰਗ ਦਾ ਕੰਪਲੈਕਸ। ਦੇਖੋ ਇਹ ਤਿੰਨੇ, ਦੇਖੋ ਏ ਬੀ ਔਰ ਡੀ ਬਿਲਕੁਲ ਸਹੀ ਆ। ਸੋ ਸੀ ਜਿਹੜੀ ਆ ਉਹ ਗਲਤ ਆ ਕਿ ਦੇ ਪ੍ਰਮੋਟ ਨॉन ਸਾਇੰਟੀਫਿਕ ਵਿਊ ਆਫ ਅਮੰਗ ਦਾ ਲਰਨਰ। ਸੋ ਇਹੀ ਆਪਣੀ ਆਪਸ਼ਨ ਬਿਲਕੁਲ ਸਹੀ ਹੈ। ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੱਜ ਦੀ ਵੀਡੀਓ ਵਿੱਚ ਆਪਾਂ ਟੀਚਿੰਗ ਏਡਸ ਪੜ੍ਹੀਆਂ। ਠੀਕ ਹੈ, ਇਹਦੇ ਵਿੱਚੋਂ ਕੁਐਸਚਨਸ ਕਈ ਵਾਰ ਪੁੱਛ ਲਏ ਜਾਂਦੇ ਨੇ। ਠੀਕ ਹੈ, ਮੈਨੂੰ ਪਤਾ ਹੈ ਕਿ ਕਾਫੀ ਬੱਚਿਆਂ ਨੂੰ ਇਹਦੇ ਵਿੱਚੋਂ ਕੁਛ ਕਲੀਅਰ ਵੀ ਹੋਵੇਗਾ, ਪਰ ਇੱਕ ਵਾਰ ਰਿਵਾਈਜ਼ ਜਿਹੜਾ ਕਰਨਾ ਬੜਾ ਜ਼ਰੂਰੀ ਹੈ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਹੁਣ ਇਹ ਮਤਲਬ ਹਮੇਸ਼ਾ ਚੀਜ਼ ਯਾਦ ਰਹੇਗੀ। ਠੀਕ ਹੈ, ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।